PTC ਨੈਟਵਰਕ ਦਰਸ਼ਕਾਂ ਦਾ ਸਵਾਗਤ ਹੈ ਜੀ। ਪੰਜਾਬੀ ਭਾਸ਼ਾ ਸਿਰਫ ਪੰਜਾਬ 'ਚ ਬੋਲਣ ਵਾਲੀ ਜਾਂ ਗੁਰਮੁਖੀ ਵਾਲੀ ਨਹੀਂ, ਕੁੱਲ ਪੰਜਾਬੀ ਭਾਸ਼ਾ ਜਿਹੜੀ ਆ ਸ਼ਾਹਮੁਖੀ ਨੂੰ ਮਿਲਾ ਕੇ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਵੱਲੋਂ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦਾ ਇਕਲੌਤਾ ਇੱਕ ਐਸਾ ਸਨਮਾਨ ਹੈ ਜਿਹੜਾ ਨਿੱਜੀ ਤੌਰ 'ਤੇ ਚਲਾਇਆ ਜਾਂਦਾ ਔਰ ਹਰ ਖਿੱਤੇ ਨੂੰ ਕਵਰ ਕਰਦਾ। ਉਹ ਢਾਹਾਂ ਪੁਰਸਕਾਰ ਹੈ ਔਰ ਉਹਦੇ 'ਚ ਕਿਸੇ ਕਿਸਮ ਦਾ ਸਰਕਾਰੀ ਜਾਂ ਸਿਫਾਰਸ਼ੀ ਦਖਲ ਨਹੀਂ ਹੈ। ਸੋ ਢਾਹਾਂ ਪੁਰਸਕਾਰ ਦੀ ਐਡਵਾਈਜ਼ਰੀ ਕਮੇਟੀ ਦੀ ਚੇਅਰਮੈਨੀ ਇਸ ਵੇਲੇ जिस शख्स ਨੂੰ मिली है वो थोड़े जाने पहचाने और साढ़े खास लगातार स्टूडियो नज़र आने वाले मेहमान ने प्रोफेसर प्रेम सिंह मान। अगे मैं सियासी एनलिस्ट इकोनॉमिस्ट और स्टैटिस्टिशियन के तौर पर इंट्रोडक्शन कराना आ, पर लिटरेचर ਦੇ ਵਿੱਚ ਇਹਨਾਂ ਦੀ ਮਹਾਰਤ ਜਿਹੜੀ ਉਹ ਇਹਨਾਂ ਦੇ ਫੇਸਬੁੱਕ ਪੇਜਾਂ ਤੋਂ ਵੀ ਸਮਝ ਆ ਜਾਂਦੀ ਹੈ। ਜਿਹੜੇ ਇਹਨਾਂ ਨੂੰ ਸਾਹਿਤ ਸਭਾਵਾਂ 'ਚ ਦੇਖਦੇ ਨੇ ਉਹਨਾਂ ਨੂੰ ਵੀ ਪਤਾ ਆ। ਸੋ ਪ੍ਰੋਫੈਸਰ ਸਾਹਿਬ ਥੈਂਕ ਯੂ, ਤੁਸੀਂ ਆਪਣਾ ਵਰਕ ਸਾਡੇ ਨਾਲ ਕੰਟੀਨਿਊ ਕਰ ਰਹੇ ਹੋ। ਦੂਜੀ ਗੱਲ ਮੁਬਾਰਕ। ਪਹਿਲਾਂ ਮੈਨੂੰ ਇਹ ਦੱਸੋ, ਇਸ ਗੱਲ ਤੋਂ ਤਾਂ ਤੁਸੀਂ ਰਿਫਿਊਜ਼ ਕਰਦੇ ਹੋ ਕਿ ਤੁਸੀਂ ਬਜ਼ੁਰਗ ਨਹੀਂ ਹੋਏ, ਓਕੇ, ਪਰ ਰਿਟਾਇਰਮੈਂਟ ਤੋਂ ਬਾਅਦ ਲੋਕੀ ਆਰਾਮ ਕਰਦੇ ਨੇ ਤੇ ਤੁਸੀਂ ਜਿਹੜੀ ਇਹ ਜ਼ਿੰਮੇਵਾਰੀ ਲਈ ਆ, ਮੈਨੂੰ ਲੱਗਦਾ ਹੈ ਕਿ ਇਹ ਫੁੱਲ ਟਾਈਮ ਨਹੀਂ ਤਾਂ ਘੱਟੋ ਘੱਟ ਮੇਜਰਲੀ ਤੁਹਾਡਾ ਟਾਈਮ ਲੈਣ ਵਾਲੀ ਜ਼ਿੰਮੇਵਾਰੀ ਤਾਂ ਹੈ। ਹਾਂਜੀ। ਸੋ ਇਹ ਕੀ ਸੋਚ ਕੇ ਪੰਗਾ ਲੈ ਲਿਆ ਤੁਸੀਂ? ਨਹੀਂ, ਕੋਈ ਇਹ ਪੰਗਾ ਨਹੀਂ, ਇਹ ਤਾਂ ਬੜੀ ਮਾਣ ਦੀ ਵਾਲੀ ਗੱਲ ਹੈ। ਬਿਲਕੁਲ ਹੈਗੀ ਆ, ਪਰ ਜ਼ਿੰਮੇਵਾਰੀ ਬਹੁਤ ਵੱਡੀ ਨਹੀਂ ਹੈ। ਜ਼ਿੰਮੇਵਾਰੀ ਹੈ, ਪਰ ਇਹ ਜ਼ਿੰਮੇਵਾਰੀ ਕਿਸੇ ਨੇ ਨਿਭਾਉਣੀ ਹੈ। ਹਾਂ, ਜੇ ਮੈਂ ਨਹੀਂ ਕੋਈ ਹੋਰ ਨਿਭਾਏਗਾ। ਹਾਂ, ਹਾਂਜੀ। ਜੇ ਥੋੜਾ ਜਿਹਾ ਮੈਂ ਦੱਸਿਆ ਕਿ ਮੈਂ ਬੈਕਗਰਾਉਂਡ ਪਹਿਲਾਂ ਪੁੱਛੂੰਗਾ, ਮੈਂ ਢਾਹਾਂ ਪੁਰਸਕਾਰ ਦੇ ਬਾਰੇ ਵੀ ਪੁੱਛੂੰਗਾ, ਪਰ ਪਹਿਲਾਂ ਇਹ ਦੱਸੋ ਵੀ ਤੁਸੀਂ ਨਿਊਯਾਰਕ ਨਿਊ ਜਰਸੀ ਰਹਿੰਦੇ ਹੋ। ਹਾਂਜੀ। ਤੇ ਸਾਰੀ ਜਿਹੜੀ ਟੀਮ ਹੈ ਜਾਂ ਜਿਹੜਾ ਇਹਦਾ ਪੂਰਾ ਬੇਸ ਹੈ ਉਹ ਵੈਨਕੂਵਰ ਵੱਲ ਨੂੰ ਆ। ਹਾਂਜੀ। ਸੋ ਉਹ ਕਿੱਦਾਂ ਮੈਨੇਜ ਹੋਊਗਾ? ਹਾਂ, ਉਹ ਇਸ ਤਰ੍ਹਾਂ ਕਿ ਜਿਹੜੀ ਪਹਿਲੀ ਗੱਲ ਇਹ ਕਿ ਮੈਂ ਰਿਟਾਇਰ ਹੋ ਗਿਆ ਸੀ ਪੜ੍ਹਾਉਣ ਤੋਂ ਦਾ। ਹਾਂਜੀ। 2015 ਵਿੱਚ। ਹਾਂਜੀ। ਤੇ ਪਰ ਰਿਟਾਇਰ ਹੋ ਕੇ ਵੀ ਮੈਂ ਚੁੱਪ ਕਰਕੇ ਨਹੀਂ ਬੈਠਾ, ਕੁਝ ਕਰਦਾ ਹੀ ਰਹਿੰਦਾ। ਹਾਂਜੀ, ਮੇਰੀਆਂ ਸਟੈਟਿਸਟਿਕਸ ਤੇ ਕਿਤਾਬਾਂ ਉਹ ਮੈਂ ਦੁਬਾਰਾ ਰਿਵਾਈਜ਼ ਕਰਦਾ ਰਹਿਣਾ, ਸਾਹਿਤ ਵਿੱਚ ਕੁਝ ਨਾ ਕੁਝ ਪੜ੍ਹਦਾ ਲਿਖਦਾ ਰਹਿਣਾ। ਹਾਂਜੀ, ਗ੍ਰੈਂਡ ਕਿਡਸ ਨਾਲ ਟਾਈਮ ਬਿਤਾਉਣਾ। ਸੋ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦਾ, ਕਿਉਂਕਿ ਤੁਸੀਂ ਜਿੰਨਾ ਬਿਜ਼ੀ ਰੱਖੋ ਉਹਨੇ ਐਕਟਿਵ ਰਹੋ, ਠੀਕ ਰਹਿੰਦੀ ਆ, ਦਿਮਾਗੀ ਤੌਰ ਤੇ ਠੀਕ ਰਹਿੰਦੇ ਆ। ਜੇ ਤੁਹਾਡੇ ਕੋਲ ਕੋਈ ਕੰਮ ਕਰਨ ਲਈ ਨਹੀਂ ਤਾਂ ਤੁਸੀਂ ਡਿਪਰੈਸ਼ਨ ਚਲੇ ਜਾਂਦੇ, ਢਿੱਲੇ ਵੀ ਪੈ ਜਾਂਦੇ ਹੋ ਤੇ ਡਿਪਰੈਸ਼ਨ 'ਚ ਵੀ ਜਾਂਦੇ ਹੋ। ਰਾਈਟ। ਤੇ ਡਿਪਰੈਸ਼ਨ 'ਚ ਬਹੁਤ ਸਾਰੇ ਲੋਕ ਹੈ ਜਿਹੜੇ ਜਿਨ੍ਹਾਂ ਕੋਲ ਰਿਟਾਇਰ ਹੋ ਕੇ ਕੋਈ ਕੰਮ ਕਰਨ ਨੂੰ ਨਹੀਂ ਹੁੰਦਾ ਤਾਂ ਬਿਲਕੁਲ ਡਿਪਰੈਸ਼ਨ 'ਚ ਜਾ ਕੇ ਉਹਨਾਂ ਦੀ ਮੈਂਟਲ ਸਿਚੁਏਸ਼ਨ ਜਿਹੜੀ ਬਿਲਕੁਲ ਖਰਾਬ ਹੋ ਜਾਂਦੀ ਹੈ ਤੇ ਉਹ ਬੜੀ ਛੇਤੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਤੁਹਾਡਾ ਐਕਟੀਵਿਟੀ ਲੈਵਲ ਤੁਹਾਨੂੰ ਅਲਟੀਮੇਟਲੀ ਫਿਰ ਘੁੰਮ ਫਿਰ ਕੇ ਖੁਦ ਹੀ ਐਕਟਿਵ ਜ਼ਿਆਦਾ ਕਰਦਾ ਹੈ। ਹਾਂਜੀ। ਤੇ ਦੂਸਰੀ ਗੱਲ ਇਹ ਕਿ ਮੈਂ ਨਿਊ ਜਰਸੀ 'ਚ ਹੈ ਤੇ ਜਿਹੜਾ ਇਹਦਾ ਬੇਸ ਹੈ ਉਹ ਵੈਨਕੂਵਰ ਹੈ, ਪਰ ਜਿਹੜੇ ਸਾਡੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਹੈ ਉਹ ਇੰਡੀਆ 'ਚ ਵੀ ਹੈ, ਅਮਰੀਕਾ ਵਿੱਚ ਵੀ ਹੈ, ਕੈਨੇਡਾ ਵਿੱਚ ਵੀ ਹੈ, ਉਹ ਗਲੋਬਲ ਹੈ, ਤੇ ਪਾਕਿਸਤਾਨ 'ਚ ਵੀ ਹੈ। ਸੋ ਸਾਰੇ ਥਾਂ ਹੀ ਆ। ਇਸ ਲਈ ਬਹੁਤਾ ਜਿਹੜਾ ਕੰਮ ਹੈ ਨਾ ਅੱਜ ਕੱਲ੍ਹ ਈਮੇਲ ਰਾਹੀਂ ਹੁੰਦਾ। ਈਮੇਲ ਜੇ ਬਹੁਤੀ ਗੱਲ ਹੋਵੇ ਤਾਂ ਫੋਨ ਕਰ ਲਓ। ਵਟਸਐਪ ਵੀ ਹੈ, ਪਰ ਵਟਸਐਪ ਅਸੀਂ ਘੱਟ ਵਰਤਦੇ ਹਾਂ, ਜ਼ਿਆਦਾ ਈਮੇਲ ਰਾਹੀਂ ਕੰਮ ਕਰਦੇ ਹਾਂ। ਤੇ ਬਾਕੀ ਇਹ ਕਿ ਅੱਜ ਕੱਲ੍ਹ ਵੈਨਕੂਵਰ ਜਾਣਾ ਹੋਵੇ ਇੱਥੋਂ 5-6 ਘੰਟੇ ਤੁਸੀਂ ਚਲੇ ਜਾਂਦੇ। ਮੈਂ ਜੀ 2 ਹਫ਼ਤੇ ਪਹਿਲਾਂ ਮੈਂ ਵੈਨਕੂਵਰ ਸੀ ਉਹਨਾਂ ਦੇ ਨਾਲ, ਜਦੋਂ ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਤਾਂ ਉੱਥੇ ਮੈਂ 3 ਦਿਨ ਉਹਨਾਂ ਦੇ ਨਾਲ ਬਾਰਜ ਢਾਹਾਂ ਤੇ ਹੋਰ ਜਿਹੜੇ ਮੈਂਬਰ ਹਨ ਉਹਨਾਂ ਨਾਲ 3 ਦਿਨ ਕਈ ਮੀਟਿੰਗਾਂ ਕੀਤੀਆਂ, ਅਸੀਂ 4-5 ਮੀਟਿੰਗਾਂ ਕੀਤੀਆਂ, ਬੜਾ ਕੁਝ ਡਿਸਕਸ ਕੀਤਾ। ਸੋ ਕੋਈ ਪ੍ਰੋਬਲਮ ਨਹੀਂ। ਤੇ ਜੇ ਮੈਨੂੰ ਸਾਲ ਵਿੱਚ 2 ਵਾਰ 3 ਵਾਰ 4 ਵਾਰ ਵੀ ਜਾਣਾ ਪਿਆ ਵੈਨਕੂਵਰ, ਕੋਈ ਵੱਡੀ ਗੱਲ ਨਹੀਂ। ਇੱਕ ਕਿਸਮ ਦੀ ਵਕੇਸ਼ਨ ਵੀ ਹੋ ਜਾਂਦੀ ਹੈ ਤੇ ਹੋਮਵਰਕ ਵੀ ਹੋ ਜਾਂਦਾ ਹੈ ਉਹਦੇ ਉੱਤੇ। ਓਕੇ, ਬਰਜ ਭਾਜੀ ਹੁਣਾਂ ਨੇ, ਬਰਜ ਢਾਹਾਂ ਨੇ ਜਿਹੜਾ ਆ ਇਹ ਖੁਦ ਦਾ ਪੈਸਾ ਲਾ ਕੇ ਇਸ ਅਵਾਰਡ ਨੂੰ ਐਸਟੈਬਲਿਸ਼ ਕੀਤਾ ਆ ਔਰ ਇਹ ਅਵਾਰਡ ਜਿਹੜਾ ਦੁਨੀਆ ਦੇ ਵਿੱਚ ਇਕਲੌਤਾ ਔਰ ਸਭ ਤੋਂ ਵੱਡਾ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਅਵਾਰਡ ਹੈ। ਇਹ ਤੇ ਗੱਲ ਕਲੀਅਰ ਹੈ। ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਇਹਦੇ ਬਾਰੇ ਦੱਸੋਗੇ? ਹਾਂਜੀ, ਜ਼ਰੂਰ। ਪੰਜਾਬੀ ਵਿੱਚ ਦੇਖਿਆ ਜਾਵੇ ਤਾਂ 2 ਵੱਡੇ ਨਾਮ ਹੈ। ਇੱਕ ਤਾਂ ਜਿਹਨੂੰ ਅਸੀਂ ਸਾਹਿਤ ਅਕੈਡਮੀ ਦਾ ਨਾਮ ਇੰਡੀਆ ਵਿੱਚ ਕਹਿੰਦੇ, ਬਿਲਕੁਲ ਉਹ ਸਾਹਿਤ ਅਕੈਡਮੀ ਦਾ ਨਾਮ ਇੰਡੀਆ ਦੀ ਗਵਰਨਮੈਂਟ ਵੱਲੋਂ ਸਪਾਂਸਰਡ ਹੈ। ਇੰਡੀਅਨ ਗਵਰਨਮੈਂਟ ਉਹਦੇ ਲਈ ਪੈਸੇ ਦਿੰਦੀ ਹੈ ਤੇ ਉਹ ਇਨਾਮ ਸਿਰਫ ਉਹਨਾਂ ਲੋਕਾਂ ਨੂੰ ਹੀ ਲੇਖਕਾਂ ਨੂੰ ਦਿੱਤਾ ਜਾਂਦਾ ਜਿਹੜੇ ਇੰਡੀਆ ਵਿੱਚ ਰਹਿੰਦੇ ਆ। ਬਾਹਰਲੇ ਭਾਰਤ ਦੀ ਜਿਓਗ੍ਰਾਫੀ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦਾ, ਇੰਡੀਆ ਤੋਂ ਬਾਹਰ ਨਹੀਂ ਦਿੱਤਾ ਜਾਂਦਾ, ਤੇ ਚਾਹੇ ਉਹ ਪੰਜਾਬ ਦੇ ਜੰਮੇ ਹੋਣ, ਬਾਹਰ ਰਹਿੰਦੇ ਹੋਣ, ਕੋਈ ਵੀ ਹੋਵੇ। ਹਾਂਜੀ। ਬਰਜਿੰਦਰ ਢਾਹਾਂ ਨੇ, ਜਿਹਨੂੰ ਅਸੀਂ ਆਮ ਤੌਰ ਤੇ ਬਾਰਜ ਢਾਹਾਂ ਕਹਿੰਦੇ ਆ, ਇਹ ਇਨਾਮ 5-6 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਸ਼ਾਇਦ 2013 ਵਿੱਚ ਸ਼ੁਰੂ ਹੋਇਆ ਸੀ। ਤੇ ਇਨੀ ਆਪਣੇ ਕੋਲੋਂ ਪੈਸੇ ਲਾ ਕੇ, ਕੁਝ ਪੈਸੇ ਸਪਾਂਸਰਸ ਤੋਂ ਵੀ ਹੈ ਨੇ ਇਹਨਾਂ ਕੋਲ, ਜਿਨ੍ਹਾਂ
ਤੋਂ ਕੁਛ ਨਾ ਕੁਛ ਕੰਟਰੀਬਿਊਸ਼ਨ ਮਿਲ ਜਾਂਦੀ ਹੈ। ਸੋ ਇਹਦਾ ਇਸ ਵੇਲੇ ਬਜਟ ਉਹਨਾਂ ਨੇ ਦੱਸਿਆ ਸੀ ਕਿ ਸਾਲ ਦਾ $1 ਲੱਖ ਤੋਂ ਉੱਤੇ ਹੈ, ਕੈਨੇਡੀਅਨ ਡਾਲਰ ਤੋਂ ਜ਼ਿਆਦਾ ਹੈ ਜੀ। ਜਿਹਦੇ ਰਾਈਟਰ ਨੂੰ ਵੀ ਵੱਡਾ ਅਮਾਉਂਟ ਮਿਲਦਾ ਹੈ। ਹਾਂਜੀ, ਤੇ ਇਹ ਉਹਨਾਂ ਨੇ ਅਸਲ ਜਿਹੜੀ ਟਾਹਾ ਫੈਮਿਲੀ ਆ ਨਾ, ਉਹਨਾਂ ਦਾ ਵੈਲਫੇਅਰ ਵੱਲ ਕਾਫੀ ਅੱਛਾ ਰੈਕਡ ਹੈ। ਬਾਰਜ ਟਾਹਾ ਦੇ ਪਿਤਾ ਜੀ ਬੁੱਧ ਸਿੰਘ ਟਾਹਾ ਨੇ ਪਹਿਲਾਂ 1990 ਜਾਂ 91 ਵਿੱਚ ਟਾਹਾ ਪਿੰਡ ਹੈ ਜਿਹੜਾ ਬੰਗੇ ਦੇ ਨੇੜੇ ਹੈ, ਉੱਥੇ ਹਸਪੀਟਲ ਸ਼ੁਰੂ ਕੀਤਾ ਸੀ, ਨਰਸਿੰਗ ਸਕੂਲ ਵੀ ਖੋਲ੍ਹਿਆ ਸੀ ਜਿਹੜਾ ਕਿ ਬੜੀ ਲੋਕ ਭਲਾਈ ਦੇ ਕੰਮ ਸੀ। ਤੇ ਫਿਰ ਉਹਨਾਂ ਨੇ ਹੁਣ ਥੋੜੇ ਸਾਲ ਹੋਏ ਆ ਇੱਕ ਹੋਰ ਹਸਪੀਟਲ ਗੜਸ਼ੰਕਰ ਦੇ ਕੋਲ ਵੀ ਖੋਲ੍ਹਿਆ ਸੀ। ਤੇ ਸਰਦਾਰ ਬੁੱਧ ਸਿੰਘ ਟਾਹਾ ਦੀ ਮੌਤ ਪਿਛਲੇ ਸਾਲ ਹੋ ਗਈ ਸੀ, ਤੇ ਉਹਨਾਂ ਦੇ ਇਸ ਪੁੱਤਰ ਬਾਰਜ ਟਾਹਾ, ਇਹਨਾਂ ਦੇ ਕਾਫੀ ਬਿਜ਼ਨਸ ਹੈ ਵੈਨਕੂਵਰ ਏਰੀਏ ਵਿੱਚ, ਤੇ ਇਹਨਾਂ ਕੋਲ ਕਾਫੀ ਪੈਸਾ 5-6 ਸਾਲ ਪਹਿਲਾਂ। ਪਰ ਇਹ ਪੈਸਾ ਲੈ ਕੇ ਬੈਠੇ ਨਹੀਂ ਹੈ, ਉਹਦਾ ਇੱਕ ਪੋਜ਼ਿਟਿਵ ਕੰਮ 'ਚ ਇਸਤੇਮਾਲ ਕੀਤਾ ਹੈ। ਤੇ ਇਹਨਾਂ ਨੇ ਬਾਰਜ ਜੀ ਨੇ ਤੇ ਇਹਨਾਂ ਦੀ ਫੈਮਿਲੀ ਨੇ, ਇਹਨਾਂ ਦੀ ਸਿਸਟਰ ਵੀ ਕਾਫੀ ਇਨਵੋਲਵਡ ਹੈ ਹਰਿੰਦਰ ਟਾਹਾ, ਤੇ ਇਹਨਾਂ ਨੇ ਇਹ ਨਾਮ ਜਿਹੜਾ 5-6 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਤੇ ਹੁਣ ਇਸ ਵੇਲੇ ਇਹਦੇ ਵਿੱਚ ਮੈਂ ਥੋੜਾ ਜਿਹਾ ਪੌਜ਼ ਦੇ ਕੇ ਇਸ ਗੱਲ ਦੀ ਤਾਰੀਫ ਜ਼ਰੂਰ ਕਰਨਾ ਚਾਹੁੰਦਾ ਹਾਂ। ਸਾਡੇ ਕੋਲ ਮਿਲੀਅਨੇਅਰਸ ਦੀ ਕਮੀ ਨਹੀਂ ਹੈ, ਬਹੁਤ ਪੰਜਾਬੀ ਬਹੁਤ ਅਮੀਰ ਨੇ, ਕਬੱਡੀ ਕੱਪਾਂ ਦੇ ਵਿੱਚ ਇਹ ਦੇਖਣ ਨੂੰ ਪਤਾ ਲੱਗ ਜਾਂਦਾ, ਪਰ ਉਹਦੇ ਬਾਵਜੂਦ ਆਪਣੀ ਭਾਸ਼ਾ, ਆਪਣੇ ਸਾਹਿਤ ਖਾਤਰ ਆਪਣੀ ਜੇਲ੍ਹ 'ਚੋਂ ਪੈਸਾ ਕੱਢਣ ਵਾਲਾ ਇਕਲੌਤਾ ਸ਼ਖਸ ਹੈ ਬਾਰਜ ਟਾਹਾ, ਕਿਉਂਕਿ ਉਹ ਮਿਲੀਅਨਸ ਦੇ ਵਿੱਚੋਂ ਹਜ਼ਾਰਾਂ, ਸੈਂਕੜਿਆਂ ਜਾਂ ਹਜ਼ਾਰਾਂ ਦੇ ਵਿੱਚ ਲੋਕਾਂ ਨੇ ਮਾਰਬਲ ਲਾ ਦੇਣੇ, ਗੁਰਦੁਆਰਿਆਂ ਨੂੰ ਸੋਨਾ ਚੜ੍ਹਾ ਦੇਣਾ, ਜਾਂ ਈਵਨ ਕਬੱਡੀ ਕੱਪਾਂ ਦੇ ਵਿੱਚ ਚਲੋ ਜਿੱਥੇ ਪਲੇਅਰ ਦੇ ਕੁਛ ਪੱਲੇ ਪੈਂਦਾ ਜਾਂ ਕਈ ਥਾਵਾਂ 'ਤੇ ਗਲੀਆਂ ਨਾਲੀਆਂ ਬਣਵਾ ਦੇਣੀਆਂ ਪਿੰਡਾਂ ਦੀਆਂ ਕੀਤਾ ਆ, ਪਰ ਭਾਸ਼ਾ ਦੇ ਉੱਤੇ ਇੰਨੀ ਇਨਵੈਸਟਮੈਂਟ ਇਹ ਸ਼ਲਾਘਾਯੋਗ ਵੀ ਹੈ ਔਰ ਹੈਰਾਨ ਕਰਨ ਵਾਲੀ ਵੀ ਹੈ। ਪ੍ਰੋਫੈਸਰ ਪਲੀਜ਼ ਕੰਟੀਨਿਊ। ਸੋ ਇਸ ਨਾਮ ਦੀ ਜਿਹੜੀ ਖੂਬੀ ਆ ਉਹ ਇਹ ਹੈ ਕਿ ਪਹਿਲੀ ਤਾਂ ਇਹ ਗੱਲ ਕਿ ਲੇਖਕ ਕਿਤੇ ਵੀ ਦੁਨੀਆ ਵਿੱਚ ਹੋਵੇ, ਜ਼ਰੂਰੀ ਨਹੀਂ ਪਿਓ ਇੰਡੀਆ 'ਚ ਹੋਵੇ ਜਾਂ ਕੈਨੇਡਾ ਵਿੱਚ ਹੋਵੇ ਜਾਂ ਅਮਰੀਕਾ ਵਿੱਚ ਹੋਵੇ, ਕਿਤੇ ਵੀ ਹੋ ਸਕਦਾ। ਤੇ ਉਹ ਪੰਜਾਬੀ ਭਾਸ਼ਾ ਵਿੱਚ ਉਹਦੀ ਕਿਤਾਬ ਛਪੀ ਹੋਵੇ ਉਸ ਸਾਲ, ਚਾਹੇ ਉਹ ਗੁਰਮੁਖੀ ਵਿੱਚ ਹੋਵੇ ਚਾਹੇ ਸ਼ਾਹਮੁਖੀ ਵਿੱਚ ਹੋਵੇ। ਸੋ ਪੂਰਾ ਆਲਮੀ ਪੁਰਸਕਾਰ ਹੈ ਇਹ। ਹਾਂਜੀ, ਹੋਵੇ ਪੰਜਾਬੀ ਭਾਸ਼ਾ ਪਰ ਲਿਪੀ ਚਾਹੇ ਸ਼ਾਹਮੁਖੀ ਹੋਵੇ ਚਾਹੇ ਗੁਰਮੁਖੀ ਦੋਨੇ ਚੱਲਣਗੀਆਂ, ਦੋਹਾਂ 'ਚ ਐਕਸੈਪਟ ਕੀਤੀਆਂ ਜਾਣੀਆਂ। 3 ਜਣਿਆਂ ਨੂੰ ਮਿਲਦਾ ਆ, 3 ਇਨਾਮ ਦਿੱਤੇ ਜਾਂਦੇ ਆ। ਟਾਪ ਦਾ ਜਿਹੜਾ ਉਹ ਸ਼ਾਇਦ 25 ਤੋਂ 30 ਕਰ ਦਿੱਤਾ ਗਿਆ, 30,000 ਕੈਨੇਡੀਅਨ ਡਾਲਰ, ਤੇ 2 ਜਿਹੜੇ ਆ ਉਹ 10-10 ਹਜ਼ਾਰ ਦੇ ਆ। ਤੇ ਹੁਣ ਇਸ ਵੇਲੇ ਅਸੀਂ ਇਨਵਾਈਟ ਕਰ ਰਹੇ ਹਾਂ ਕਿਤਾਬਾਂ ਜਿਹੜੀਆਂ 2018 ਵਿੱਚ ਛਪੀਆਂ, ਚਾਹੇ ਉਹ ਸ਼ਾਹਮੁਖੀ ਵਿੱਚ ਕਹਾਣੀਆਂ, ਸਿਰਫ ਕਹਾਣੀਆਂ ਦੀਆਂ ਤੇ ਨਾਵਲ, ਕਵਿਤਾ ਨਹੀਂ, ਹਾਂਜੀ, ਜਾਂ ਲੇਖਾਂ ਦੀਆਂ ਕਿਤਾਬਾਂ ਨਹੀਂ, ਕਹਾਣੀ ਤੇ ਨਾਵਲ, ਸਿਰਫ ਕਹਾਣੀਆਂ ਦੀਆਂ ਤੇ ਨਾਵਲ ਜਿਹੜੀਆਂ 2018 ਵਿੱਚ ਛਪੀਆਂ, ਚਾਹੇ ਸ਼ਾਹਮੁਖੀ ਵਿੱਚ ਹੋਣ ਚਾਹੇ ਗੁਰਮੁਖੀ ਵਿੱਚ ਹੋਣ, ਉਹ ਸਬਮਿਟ ਕੀਤੀਆਂ ਜਾ ਸਕਦੀਆਂ। ਹਾਂਜੀ, ਤੇ ਸਬਮਿਸ਼ਨ ਦੀ ਡੇਟ 31 ਮਾਰਚ ਹੈ। 31 ਮਾਰਚ ਤੋਂ ਪਹਿਲਾਂ ਉਹਨਾਂ ਦੇ ਦਫ਼ਤਰ ਵੈਨਕੂਵਰ ਇਹ ਕਿਤਾਬਾਂ ਪਹੁੰਚ ਜਾਣੀਆਂ ਚਾਹੀਦੀਆਂ। ਤੇ ਇਹਦੇ ਕੀ ਰੂਲਸ ਹੈ, ਕਿੰਨੀਆਂ ਕਿਤਾਬਾਂ ਭੇਜਣੀਆਂ, ਕਿਸ ਤਰ੍ਹਾਂ ਭੇਜਣੀਆਂ, ਉਹ ਸਾਰਾ ਇਹਦੀ ਵੈਬਸਾਈਟ ਤੇ ਹੈ। ਥੋੜਾ ਜਿਹਾ ਸਾਨੂੰ ਵੀ ਦੱਸ ਦਿਓ। ਅਸੀਂ ਪਹਿਲਾਂ ਤਾਂ ਇਹ ਦੱਸੋ ਜਿਹੜੀ ਐਡਵਾਈਜ਼ਰੀ ਕਮੇਟੀ ਹੈ, ਹਾਂਜੀ, ਉਹਦਾ ਮਤਲਬ ਕੀ ਹੈ? ਅੱਛਾ, ਪਹਿਲਾਂ ਵੈਬਸਾਈਟ ਦੱਸਦੇ ਹਾਂ ਕਿ ਇਹਦਾ ਵੈਬਸਾਈਟ ਹੈ www.tahaprize.com, DHAHAN prize.com। ਠੀਕ ਹੈ ਜੀ। ਹਾਂਜੀ, ਅੱਛਾ, ਐਡਵਾਈਜ਼ਰੀ ਕਮੇਟੀ 'ਚ 10 ਮੈਂਬਰ ਹੈ ਜਿਹੜੇ ਕਿ ਬਹੁਤ ਸਾਰੇ ਵਰਲਡ ਚੋਂ ਆ, ਕੁਝ ਪਾਕਿਸਤਾਨ ਤੋਂ, ਕੁਝ ਇੰਡੀਆ ਤੋਂ, ਕੁਝ USA ਤੋਂ, ਕੁਝ ਕੈਨੇਡਾ ਤੋਂ ਵੀ ਹਨ। ਸੋ ਵੱਖ-ਵੱਖ ਮੁਲਕਾਂ ਤੋਂ 10 ਮੈਂਬਰ ਹੈ। ਸੋ ਐਡਵਾਈਜ਼ਰੀ ਕਮੇਟੀ ਤੇ ਅਵਾਰਡ ਜਿਊਰੀ ਵੱਖਰੇ ਨੇ? ਜਿਊਰੀ ਵੱਖਰੀ ਆ। ਸੋ ਐਡਵਾਈਜ਼ਰੀ ਕਮੇਟੀ ਦਾ ਇੱਕ ਚੇਅਰਮੈਨ ਹੁੰਦਾ ਜਿਹੜਾ 4 ਸਾਲ ਪਹਿਲਾਂ ਡਾਕਟਰ ਰਘਵੀਰ ਸਿੰਘ ਜੀ ਰਹੇ ਸੀ, ਉਹਨਾਂ ਨੇ ਹੁਣੇ ਅਸਤੀਫਾ ਦੇ ਦਿੱਤਾ 2-3 ਮਹੀਨੇ ਪਹਿਲਾਂ। ਸੋ ਉਹਨਾਂ ਦੀ ਥਾਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ। ਸੋ ਇਹ ਐਡਵਾਈਜ਼ਰੀ ਕਮੇਟੀ ਦਾ ਕੰਮ ਹੈ ਰੂਲਸ, ਰੈਗੂਲੇਸ਼ਨਸ, ਪ੍ਰੋਸੀਜਰਸ ਕਿਵੇਂ ਇੰਪਰੂਵ ਕੀਤੇ ਜਾਣ, ਵੈਬਸਾਈਟ ਕਿਵੇਂ ਇੰਪਰੂਵ ਕੀਤਾ ਜਾਵੇ। ਹਾਂਜੀ, ਤੇ ਹਰ ਮੈਂਬਰ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਜਿਊਰੀ ਦੇ ਮੈਂਬਰ ਸੁਜੈਸਟ ਕਰ ਸਕਦਾ, ਨੋਮੀਨੇਟ ਨਹੀਂ, ਸੁਜੈਸਟ ਕਰ ਸਕਦਾ ਕਿ ਮੇਰੇ ਖਿਆਲ ਵਿੱਚ ਇਹ ਵਿਦਵਾਨ ਹੈ,
ਇਹ ਸ਼ਾਹਮੁਖੀ ਵਿੱਚ ਐਕਸਪਰਟ ਹੈ, ਇਹ ਗੁਰਮੁਖੀ ਵਿੱਚ ਐਕਸਪਰਟ ਹੈ, ਇਹ ਦੋਹਾਂ ਵਿੱਚ ਐਕਸਪਰਟ ਹੈ। ਓਕੇ। ਤੇ ਉਹ ਹਰ ਐਡਵਾਈਜ਼ਰੀ ਕਮੇਟੀ ਦਾ ਮੈਂਬਰ 2 ਕਿਤਾਬਾਂ ਵੀ ਕੰਸੀਡਰ ਕਰਨ ਲਈ ਸੁਜੈਸਟ ਕਰ ਸਕਦਾ ਕਿ ਮੇਰੇ ਖਿਆਲ ਵਿੱਚ ਪਿਛਲੇ ਸਾਲ ਇਹ 2 ਕਿਤਾਬਾਂ ਬਹੁਤ ਸੋਹਣੀਆਂ ਅੱਛੀਆਂ ਸੀ। ਹਾਂਜੀ। ਸੋ ਅੱਗੇ ਕਹਾਂ ਕਿਤਾਬਾਂ ਨੂੰ ਫਿਰ ਜਿਹੜੀਆਂ ਸੋ 10 ਦੇ ਵਿੱਚੋਂ ਜਿਹੜੇ ਆ 20 ਜੂਰੀ ਮੈਂਬਰ ਤੇ 20 ਬੁੱਕ ਸੁਜੈਸਟ ਹੋ ਸਕਦੀਆਂ ਨੇ। ਹਾਂਜੀ। ਸੋ ਫਿਰ ਉਹ ਕਿਤਾਬਾਂ ਜਿਹੜੀਆਂ ਸੁਜੈਸਟ ਕਰਦੇ ਉਹ ਤਾਂ ਫਿਰ ਹਰਿੰਦਰ ਢਾਹਾਂ ਜ਼ਿਆਦਾ ਉਹਦੇ ਇੰਚਾਰਜ ਹੈ, ਉਹ ਫਿਰ ਉਹਨਾਂ ਨੂੰ ਕੰਟੈਕਟ ਕਰਕੇ ਉਹ ਕਿਤਾਬਾਂ ਮੰਗਾ ਲਈਆਂ ਜਾਣੀਆਂ। ਓਕੇ। ਚਾਹੇ ਉਹ ਜਿਹੜੇ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਉਹ ਸਿੱਧੇ ਵੀ ਉਹਨਾਂ ਨੂੰ ਆਥਰਸ ਨੂੰ ਕਹਿ ਸਕਦੇ ਤੁਸੀਂ ਆਪਣੀ ਕਿਤਾਬ ਭੇਜ ਦਿਓ। ਓਕੇ। ਤੇ ਜਿਹੜੇ ਜਿਊਰੀ ਦੇ ਮੈਂਬਰ ਹੈ ਉਹਦੇ ਲਈ ਜਿਹੜੇ ਸੁਜੈਸਟ ਕਰਦੇ ਆ 2 ਮੈਂਬਰ, ਉਹ ਸਿਰਫ ਚੇਅਰਮੈਨ ਕੋਈ ਆਉਂਦੇ ਆ, ਜਿਵੇਂ ਮੈਂ। ਓਕੇ। ਨਾ ਉਹ ਬਾਰਜ ਢਾਹਾਂ ਕੋ ਜਾਂਦੇ ਆ, ਨਾ ਉਹ ਹਰਿੰਦਰ ਢਾਹਾਂ ਕੋ ਜਾਂਦੇ ਆ, ਨਾ ਕਿਸੇ ਹੋਰ ਮੈਂਬਰ ਕੋ ਜਾਂਦੇ। ਸੋ ਦੋਨਾਂ ਦੀ ਆਪਸ ਸੈਪਰੇਸ਼ਨ ਹੋ ਗਈ। ਜਿਹਨੇ ਕਿਤਾਬਾਂ ਦੇਖਣੀਆਂ ਨੇ ਉਹ ਜਿਊਰੀ ਨਹੀਂ ਜਾਣਦਾ, ਤੇ ਜਿਹਨੂੰ ਜਿਊਰੀ ਦਾ ਪਤਾ ਉਹਨੂੰ ਕਿਤਾਬਾਂ ਦੇ ਜ਼ਿਆਦਾ ਨਹੀਂ ਪਤਾ। ਤੁਹਾਨੂੰ ਕਿਤਾਬਾਂ ਦਾ ਪਤਾ ਹੋਏਗਾ? ਕਿਤਾਬਾਂ ਦਾ ਤਾਂ ਮੈਨੂੰ ਵੀ ਪਤਾ ਕਿ ਕਿਹੜੀਆਂ ਸੁਜੈਸਟ ਕੀਤੀਆਂ, ਮੈਨੂੰ ਵੀ ਆ, ਬਾਰਜ ਢਾਹਾਂ ਨੂੰ ਵੀ ਆ, ਹਰਿੰਦਰ ਨੂੰ ਵੀ ਆ, ਪਰ ਜਿਊਰੀ ਦਾ ਹੋਰਾਂ ਨਹੀਂ ਪਤਾ। ਜਿਊਰੀ ਦਾ ਸੁਜੈਸ਼ਨਸ ਆ ਸਿਰਫ ਮੈਨੂੰ ਹੀ ਆਉਂਦਾ, ਹੋਰ ਕਿਸੇ ਨਹੀਂ ਆਉਂਦਾ। ਓਕੇ। ਜਦੋਂ ਮੇਰੇ ਕੋਲ ਸਾਰੇ ਨਾ ਆ ਗਏ ਤੇ ਕੁਝ ਮੇਰੇ ਆਪਣੇ ਵੀ ਰეკਮੈਂਡੇਸ਼ਨਸ ਅਨੁਸਾਰ ਖਿਆਲਾਂ ਅਨੁਸਾਰ ਕੌਣ ਐਕਸਪਰਟ ਹੈ, ਸੋ ਇਹ ਸਾਰੇ ਨਾ ਇਕੱਠੇ ਕਰਕੇ ਜਿਊਰੀ ਫਿਰ ਜਿਹੜੀ ਸਿਲੈਕਟ ਕਰਨੀ ਉਹ ਸਿਰਫ ਚੇਅਰਮੈਨ ਦੀ ਜ਼ਿੰਮੇਵਾਰੀ, ਜਿਵੇਂ ਹੁਣ ਮੇਰੀ ਹੋਏਗੀ। ਓਕੇ। ਥੋੜਾ ਜਿਹਾ ਹੋਰ ਡਿਟੇਲਸ ਵੀ ਮੈਂ ਤੁਹਾਡੇ ਤੋਂ ਜਾਣਨੀਆਂ ਨੇ। ਇੱਕ ਬ੍ਰੇਕ ਦੇ ਲਈ ਰੁਕਣ ਦਾ ਵਕਤ, ਬ੍ਰੇਕ ਲੈਣੇ, ਵਾਪਸ ਆਉਂਦੇ ਆ। ਢਾਹਾਂ ਪੁਰਸਕਾਰ ਦੀ ਜਿਊਰੀ, ਔਰ ਦੂਸਰੀ ਗੱਲ ਹੈ ਕਿ ਜਿਹੜਾ ਚੇਅਰਮੈਨ ਹੈ ਜਦੋਂ ਉਹਦੇ ਕੋਲ ਇੰਨੀ ਪਾਵਰ ਹੈ ਤਾਂ ਉਹਦੀ ਆਪਣੀ ਵਿਚਾਰਧਾਰਾ ਵਰਸਸ ਹੋ ਜਾਏਗੀ ਕਿਆ ਢਾਹਾਂ ਪੁਰਸਕਾਰ ਦੇ, ਜਾਂ ਉਹ ਇੱਕ ਬਰਾਬਰ ਚੱਲ ਸਕੇਗੀ? ਕਿਆ ਇਹ ਸਵਾਲ ਖੜੇ ਹੋਣ ਦੀ ਉਮੀਦ ਹੁੰਦੀ ਹੈ, ਚਾਂਸ ਹੁੰਦੇ ਆ? ਇਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ। ਢਾਹਾਂ ਪੁਰਸਕਾਰ ਦੇ ਚੇਅਰਪਰਸਨ ਦੀ, ਐਡਵਾਈਜ਼ਰੀ ਕਮੇਟੀ ਦੇ ਚੇਅਰਪਰਸਨ ਦੀ ਨਵੀਂ ਜ਼ਿੰਮੇਵਾਰੀ ਲਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਮਾਨ ਹੋਰਾਂ ਨੇ। ਔਰ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਪ੍ਰੋਫੈਸਰ ਸਾਹਿਬ ਦੇ ਕੋਲੇ ਹੁਣ ਜਿਹੜਾ ਫੈਸਲਾ ਆਇਆ ਕਰੇਗਾ ਜਿਊਰੀ ਫਾਈਨਲ ਕਰਨ ਦਾ, ਔਰ ਉਹ ਥੋੜਾ ਜਿਹਾ ਹੋਰ ਡਿਟੇਲ 'ਚ ਜਾਈਏ ਹੁਣ ਕਿ ਉਹ ਕੀ ਸੋਚ ਕੇ ਫਾਈਨਲ ਕਰੂੰਗੀ। ਇਹਦੇ ਵਿੱਚ 3 ਜਿਊਰੀਜ਼ ਹੈ। ਓਕੇ। ਪਹਿਲਾਂ 3 ਮੈਂਬਰਾਂ ਦੀ, 3 ਐਕਸਪਰਟਸ ਦੀ ਜਿਊਰੀ ਗੁਰਮੁਖੀ ਲਈ ਬਣਾਈ ਜਾਂਦੀ ਹੈ। ਓਕੇ। ਕਿ ਜਿੰਨੀਆਂ ਗੁਰਮੁਖੀ ਵਿੱਚ ਛਪੀਆਂ ਕਿਤਾਬਾਂ ਹੋਣੀਆਂ ਉਹਨਾਂ ਦੀ ਜ਼ਿੰਮੇਵਾਰੀ ਉਹ 3 ਮੈਂਬਰਾਂ ਨੂੰ ਹੁੰਦੀ ਹੈ। ਹਰ ਕਿਤਾਬ ਨੂੰ 4 ਪੁਆਇੰਟਸ ਹੈ ਜਿਨ੍ਹਾਂ ਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕੀਤਾ ਜਾਂਦਾ ਹੈ, ਇਵੈਲੂਏਟ ਕੀਤਾ ਜਾਂਦਾ, ਤੇ ਉਹਦੇ ਪੁਆਇੰਟਸ ਉਹ ਲਾਉਂਦੇ ਆ। ਤੇ ਫਿਰ 3 ਮੈਂਬਰ ਜਿਹੜੇ ਆ ਉਹਨਾਂ ਕਿਤਾਬਾਂ ਵਿੱਚੋਂ, ਗੁਰਮੁਖੀ ਦੀਆਂ ਕਿਤਾਬਾਂ ਵਿੱਚੋਂ ਘੱਟੋ ਘੱਟ 6 ਕਿਤਾਬਾਂ ਜਾਂ 20% ਜੇ 6 ਤੋਂ ਬਾਅਦ ਨੋਮੀਨੇਟ ਜਿਹੜੀਆਂ ਹੋਈਆਂ ਉਹ ਸੁਜੈਸਟ ਕਰਦੇ ਆ ਕਿ ਸਾਡੇ ਅਨੁਸਾਰ ਇਹ 6 ਜਾਂ ਐਨੀਆਂ ਇਹ ਵਧੀਆ ਕਿਤਾਬਾਂ ਹੈ। ਓਕੇ। ਇਸੇ ਤਰ੍ਹਾਂ ਸ਼ਾਹਮੁਖੀ ਵਿੱਚ 3 ਐਕਸਪਰਟ ਸ਼ਾਹਮੁਖੀ ਦੇ ਜਿਹੜੇ ਆ ਜਿਊਰੀ ਬਣਾਈ ਜਾਂਦੀ ਹੈ। ਉਹ ਸ਼ਾਹਮੁਖੀ ਦੀਆਂ ਕਿਤਾਬਾਂ ਨੂੰ ਐਨਾਲਾਈਜ਼ ਕਰਦੇ ਆ, ਇਵੈਲੂਏਟ ਕਰਦੇ ਆ। ਉਹਦੇ ਵਿੱਚ ਘੱਟੋ ਘੱਟ 6 ਕਿਤਾਬਾਂ ਜਾਂ 20% ਉਹ ਰਿਕਮੈਂਡ ਕਰਦੇ ਆ ਕਿ ਇਹ ਕਿਤਾਬਾਂ ਸਾਡੇ ਖਿਆਲ ਵਿੱਚ ਸਭ ਤੋਂ ਵਧੀਆ ਹੈ। ਫਿਰ ਜਦੋਂ ਇਹ ਉਹਨਾਂ ਦੋ, ਪਹਿਲਾਂ ਇਹ ਦੱਸੋ ਕਿ ਉਹਨਾਂ ਨੂੰ ਕਿੰਨੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ, ਅੰਦਾਜ਼ਾ 20 ਜਾਂ ਉਸ ਤੋਂ ਜ਼ਿਆਦਾ? ਇਹ ਜਿੰਨੀਆਂ ਵੀ ਸਬਮਿਟ ਆ ਜਾਣ। ਗੁਰਮੁਖੀ ਵਿੱਚ ਜ਼ਿਆਦਾ ਹੋਣੀਆਂ। ਗੁਰਮੁਖੀ ਵਿੱਚ ਪਿਛਲੇ ਸਾਲ ਸ਼ਾਇਦ 24 ਆਈਆਂ ਸੀ ਤੇ ਸ਼ਾਹਮੁਖੀ ਵਿੱਚ ਥੋੜੀਆਂ ਸੀਗੀਆਂ। ਉਹਨਾਂ ਨੇ ਪਹਿਲਾਂ ਪੜ੍ਹ ਕੇ ਫਿਰ 6 ਤੇ ਪਹੁੰਚਣਾ ਆ। ਹਾਂਜੀ 6 ਤੇ ਜਾਂ 20% ਤੇ ਫਿਰ ਉਹ ਜਦੋਂ ਉਹਨਾਂ ਦਾ ਫੈਸਲਾ ਹੋ ਗਿਆ ਤੇ ਫਿਰ ਚੇਅਰਮੈਨ ਨੇ ਇੱਕ ਸੈਂਟਰਲ ਜਿਊਰੀ ਉਹਨੂੰ ਕਹਿੰਦੇ ਆ, ਉਹ ਨਿਯੁਕਤ ਕਰਦਾ ਜਿਹਦੇ ਵਿੱਚ 3 ਐਕਸਪਰਟ ਹੁੰਦੇ ਆ। ਉਹਨਾਂ 3 ਨੂੰ ਗੁਰਮੁਖੀ ਵੀ ਆਉਣੀ ਚਾਹੀਦੀ ਹੈ ਤੇ ਸ਼ਾਹਮੁਖੀ ਵੀ ਆਉਣੀ ਚਾਹੀਦੀ ਹੈ। ਇਹ ਜ਼ਿਆਦਾ ਮਿਹਨਤ ਵਾਲਾ ਕੰਮ ਹੈ, ਬਹੁਤ ਮਿਹਨਤ ਵਾਲਾ ਕੰਮ ਹੈ। ਤੇ ਉਹਨਾਂ ਨੇ ਫਿਰ ਸਾਰੀਆਂ ਰਿਕਮੈਂਡ ਕੀਤੀਆਂ ਗੁਰਮੁਖੀ ਦੀਆਂ ਵੀ, ਸ਼ਾਹਮੁਖੀ ਦੀਆਂ ਵੀ ਕਿਤਾਬਾਂ ਨੂੰ ਵੈਲੂਏਟ ਕਰਨਾ ਤੇ ਉਹਨਾਂ ਵਿੱਚੋਂ ਫਿਰ ਟੌਪ ਦੀ ਕਿਤਾਬ ਟੌਪ ਪ੍ਰਾਈਸ ਲਈ ਕੱਢਣੀ ਹੈ। ਸਭ ਇਹ ਦੱਸੋ, ਸ਼ਾਹਮੁਖੀ ਦੀ ਵੀ ਹੋ ਸਕਦੀ ਹੈ, ਗੁਰਮੁਖੀ ਕਿਸੇ ਦੀ ਵੀ ਹੋਵੇ, ਉਹਦੇ 'ਚ ਕੋਈ ਪਾਰਸ਼ੈਲਿਟੀ ਨਹੀਂ ਹੈ। ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਇਹ ਕੰਡੀਸ਼ਨ ਦੱਸੀ ਹੈ ਸੈਂਟਰਲ ਜਿਊਰੀ ਵਾਲੀ, ਇਹ ਬਹੁਤ ਜ਼ਿਆਦਾ ਸਖਤ ਨਹੀਂ ਹੈ ਕਿ ਦੋਏ ਬਹੁਤ ਜ਼ਿਆਦਾ ਮਾਹਰ ਲੋਕ ਨਹੀਂ ਹੈਗੇ ਜਿਹੜੇ ਦੋਨੇ ਲਿਪੀਆਂ ਜਾਣਦੇ ਨੇ? ਹਾਲੇ ਵੀ ਹਨ, ਕਿਉਂਕਿ ਬਹੁਤ ਸਾਰੇ ਜਿਹੜੇ 47 ਤੋਂ ਪਹਿਲਾਂ ਦੇ
ਜੰਮੇ ਪਲੇ ਆ। ਹਾਂ, ਉਰਦੂ ਵੀ ਜਾਣਦੇ, ਸ਼ਾਹਮੁਖੀ ਵੀ ਜਾਣਦੇ ਸੀ। ਬਿਲਕੁਲ, ਸ਼ਾਹਮੁਖੀ ਵੀ ਜਾਣਦੇ ਆ। ਪਰ ਤੁਹਾਨੂੰ ਹੈਰਾਨੀ ਹੋਏਗੀ ਕਈ ਜਿਹੜੇ 1947 ਤੋਂ ਬਾਅਦ ਵੀ ਜੰਮੇ ਆ, ਉਹਨਾਂ ਨੇ ਵੀ ਸ਼ਾਹਮੁਖੀ ਸ਼ੌਂਕ ਨੂੰ ਪੜ੍ਹੀ ਹੈ ਆਪਣਿਆਂ ਨੇ। ਤੇ ਉਧਰਲੇ ਕਈ ਆ ਜਿਹੜੇ ਗੁਰਮੁਖੀ ਟਾਈਪ ਕਰਦੇ ਆ, ਹਾਂ ਹਾਂਜੀ, ਪੜ੍ਹਦੇ ਵੀ ਆ। ਓਕੇ, ਕਈ ਮੇਰੇ ਦੋਸਤ ਹੈ ਫੇਸਬੁੱਕ ਤੇ ਜਿਨ੍ਹਾਂ ਨੂੰ ਪੰਜਾਬ ਗੁਰਮੁਖੀ ਆਉਂਦੀ ਹੈ। ਸੋ ਜਿਊਰੀ ਦਾ ਬੈਂਕ ਛੋਟਾ ਹੋ ਜਾਣ ਦਾ ਖਦਸ਼ਾ ਨਹੀਂ ਹੈ। ਥੋੜੀ ਪ੍ਰੋਬਲਮ ਆਉਂਦੀ ਹੈ ਵੀ ਤੁਹਾਨੂੰ ਦੇਖਣਾ ਪੈਂਦਾ ਵੀ ਕਿੱਥੋਂ ਲੱਭਣਾ, ਕਿਉਂਕਿ ਤੁਸੀਂ ਕੈਪੇਬਿਲਿਟੀ ਔਰ ਕੈਲੀਬਰ ਵੀ ਦੇਖਣਾ ਉਸ ਜਿਊਰੀ ਮੈਂਬਰ ਦਾ। ਹਾਂ ਬਿਲਕੁਲ ਜ਼ਰੂਰੀ ਹੈ। ਸੋ ਫਿਰ ਸੈਂਟਰਲ ਜਿਊਰੀ ਇਹਨਾਂ ਕਿਤਾਬਾਂ ਚੋਂ ਇੱਕ ਕਿਤਾਬ ਟੌਪ ਪ੍ਰਾਈਸ ਲਈ ਰਿਕਮੈਂਡ ਕਰਦੇ ਆ, ਠੀਕ ਹੈ ਤੇ ਜੀ। ਫਿਰ 2 ਕਿਤਾਬਾਂ ਸੈਕੰਡ ਪ੍ਰਾਈਸ, ਸੈਕੰਡ ਪ੍ਰਾਈਸ ਸੇਮ ਹੈ, ਉਹਦੇ ਥਰਡ ਪ੍ਰਾਈਸ ਕੋਈ ਨਹੀਂ ਹੈ। 10,000 ਦੇ, ਹਾਂਜੀ। ਤੇ ਇਹਨਾਂ ਤਿੰਨਾਂ ਚੋਂ ਘੱਟੋ ਘੱਟ ਇੱਕ ਪ੍ਰਾਈਜ਼ ਜਿਹੜਾ ਉਹ ਦੋਹਾਂ ਲਿਪੀਸ ਨੂੰ ਜ਼ਰੂਰ ਮਿਲਣਾ ਚਾਹੀਦਾ। ਜਾਨੀ 2 ਗੁਰਮੁਖੀ ਨੂੰ ਜਾ ਸਕਦੇ ਆ, 1 ਸ਼ਾਹਮੁਖੀ ਨੂੰ, ਜਾਂ 2 ਸ਼ਾਹਮੁਖੀ ਨੂੰ ਜਾ ਸਕਦੇ ਆ, 1 ਗੁਰਮੁਖੀ ਨੂੰ। ਓਕੇ, ਸੋ ਇਸ ਤਰ੍ਹਾਂ ਹੈ। ਓਕੇ, ਹੁਣ ਗੱਲ ਆਉਂਦੀ ਵਿਚਾਰਧਾਰਾ ਦੀ। ਵਿਚਾਰਧਾਰਾ ਹਰ ਪਬਲਿਸ਼ਰ ਦੀ ਆਪਣੀ ਹੁੰਦੀ ਹੈ, ਹਰ ਰਾਈਟਰ ਦੀ ਆਪਣੀ ਹੁੰਦੀ ਹੈ। ਸੋ ਜਿਹੜਾ ਅਵਾਰਡ ਹੈ ਉਹਦੀ ਵਿਚਾਰਧਾਰਾ ਕੀ ਹੈ, ਨੰਬਰ 1। ਨੰਬਰ 2, ਉਹ ਵਿਚਾਰਧਾਰਾ ਬਰਜ ਢਾਹਾਂ ਦੀ ਹੈ ਜਾਂ ਢਾਹਾਂ ਫੈਮਿਲੀ ਦੀ ਹੈ। ਨੰਬਰ 3, ਇਹ 3 ਸਵਾਲ ਮੈਂ ਕੰਟੀਨਿਊ ਕਿਉਂ ਪੁੱਛ ਰਿਹਾ, ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਮਾਨ ਉਹਦੇ ਚੇਅਰਪਰਸਨ ਬਣਦੇ ਨੇ ਤਾਂ ਉਹਨਾਂ ਦੀ ਆਪਣੀ ਵਿਚਾਰਧਾਰਾ ਦਾ ਬਾਕੀਆਂ ਦੀ ਵਿਚਾਰਧਾਰਾ ਦੇ ਨਾਲ ਕਲੈਸ਼ ਹੋਏਗਾ ਜਾਂ ਉਹ ਪੈਰਲਲ ਚੱਲ ਸਕੇਗੀ? ਨਹੀਂ, ਅਸੀਂ ਕੋਈ ਵਿਚਾਰਧਾਰਾ ਨਹੀਂ ਰੱਖੀ ਹੋਈ। ਅੱਛਾ, ਨਾ ਮੇਰੀ ਵਿਚਾਰਧਾਰਾ ਚੱਲੇਗੀ, ਨਾ ਐਡਵਾਈਜ਼ਰੀ ਕਾਉਂਸਲ ਦੀ ਵਿਚਾਰਧਾਰਾ ਚੱਲੇਗੀ, ਨਾ ਬਰਜ ਢਾਹਾਂ ਦੀ ਵਿਚਾਰਧਾਰਾ। ਕੋਈ ਵੀ, ਅਸੀਂ ਖੱਬੇ ਪੱਖੀ ਵੀ ਹੋ ਸਕਦੇ ਆ, ਸੱਜੇ ਪੱਖੀ ਵੀ ਹੋ ਸਕਦੇ ਆ, ਹਾਂਜੀ, ਸੈਂਟਰਿਸਟ ਵੀ। ਇਹਦੇ ਚ ਅਸੀਂ ਵਿਚਾਰਧਾਰਾ ਬਿਲਕੁਲ ਦਖਲ ਨਹੀਂ ਦੇਣਾ। ਮੇਰਾ ਕੰਮ ਹੋਏਗਾ ਸਿਰਫ ਜਿਊਰੀ ਨੂੰ ਸਥਾਪਿਤ ਕਰ ਦੇਣਾ ਤੇ ਉਹਨਾਂ ਨੂੰ ਦੱਸ ਦੇਣਾ ਕਿ ਇਹ ਕੰਡੀਸ਼ਨਸ ਹੈ, ਇਹਨਾਂ ਇਸ ਕਿਤਾਬਾਂ ਨੂੰ ਕਿਹਨਾਂ ਬੇਸਿਸ ਤੇ ਕਿਹੜੇ ਮਿਆਰ ਨੇ ਇਵੈਲੂਏਟ ਕਰਨਾ ਤੇ ਪੁਆਇੰਟ ਦੇਣੇ ਆ, ਤੇ ਇੰਪਾਰਸ਼ੀਅਲ ਡਿਸੀਜਨ ਕਰਨਾ, ਹਾਂਜੀ, ਤੇ ਪੜ੍ਹ ਕੇ ਸਾਰਾ ਉਹ ਮਿਆਰ ਜਿਹੜੇ ਨੇ, ਉਹ ਪੈਰਾਮੀਟਰ ਮਾਪਦੰਡ ਜਿਹੜੇ ਆ ਉਹ ਜਨਤਕ ਹੁੰਦੇ ਆ। ਹਾਂਜੀ, ਸਭ ਕੁਝ ਵੈਬਸਾਈਟ ਤੇ ਹੈ ਕਿ ਕਿਹੜੇ ਪੁਆਇੰਟਸ ਅਸੀਂ ਕੰਸੀਡਰ ਕਰਦੇ। ਜਦੋਂ ਕੋਈ ਵੀ ਕਿਤਾਬ ਇਵੈਲੂਏਟ ਕੀਤੀ ਜਾਂਦੀ ਹੈ, ਕਿਹੜੇ ਪੁਆਇੰਟਸ ਦੇਖੇ ਜਾਂਦੇ, ਉਹ ਸਭ ਕੁਝ ਵੈਬਸਾਈਟ ਦੇ ਉੱਤੇ ਹੈ। ਓਕੇ, ਉਹ ਅਸੀਂ ਜੱਜਸ ਨੂੰ ਭੇਜਦੇ ਆ, ਤੇ ਉਹਨਾਂ ਜਿਹੜੀ ਜਿਊਰੀ ਆ, ਜੱਜਸ ਆ ਜਿਊਰੀ ਦੇ ਮੈਂਬਰ, ਉਹਨਾਂ ਦਾ ਸਿਰਫ ਮੈਨੂੰ ਪਤਾ ਹੋਣਾ, ਬਾਹਰ ਢਾਹਾਂ ਨੂੰ ਕੋਈ ਨਹੀਂ ਪਤਾ ਹੋਣਾ, ਹੋਰ ਕਿਸੇ ਨੂੰ ਕੋਈ ਨਹੀਂ ਪਤਾ। ਇਸ ਲਈ ਉਹ ਕੋਈ ਦਖਲ ਨਹੀਂ ਦੇ ਸਕਦੇ। ਓਕੇ, ਢਾਹਾਂ ਕੋਈ ਦਖਲ ਨਹੀਂ ਦੇ ਸਕਦੇ। ਉਹਨਾਂ ਸੋ ਗੱਲ ਸਿਰਫ ਤੁਹਾਡੇ ਤੇ ਆ ਜਾਂਦੀ ਹੈ। ਉਹਨਾਂ ਦੀ ਵਿਚਾਰਧਾਰਾ ਕਿਸੇ ਨੂੰ ਪਤਾ ਨਹੀਂ ਹੈ, ਹਾਂਜੀ। ਤੇ ਮੈਂ ਖੁਦ ਇਹ ਪ੍ਰੋਮਿਸ ਕਰਦਾ ਤੇ ਕੀਤਾ ਵੀ ਹੈ ਕਿ ਮੈਂ ਕੋਈ ਦਖਲ ਨਹੀਂ ਦੇਵਾਂਗਾ। ਜੋ ਜਿਊਰੀ ਦਾ ਡਿਸੀਜਨ ਹੈ, ਚਾਹੇ ਸਾਨੂੰ ਪਸੰਦ ਹੋਵੇ ਚਾਹੇ ਨਾ ਹੋਵੇ, ਉੱਥੇ ਪਹੁੰਚਾਇਆ ਜਾਣਗੇ। ਓਕੇ, ਤੁਸੀਂ ਇਹ ਦਾਅਵਾ ਤੇ ਕਰ ਦਿੱਤਾ ਹੈ, ਪਰ ਜੋ ਹਾਲਾਤ ਪਿਛਲੇ ਸਾਲ ਰਹੇ ਨੇ, ਜਿੰਨਾ ਪ੍ਰੈਸ਼ਰ, ਜਿੰਨਾ ਵਿਰੋਧ ਕੁਝ ਹਲਕਿਆਂ ਵੱਲੋਂ ਢਾਹਾਂ ਪੁਰਸਕਾਰ ਨੂੰ, ਬਰਜ ਢਾਹਾਂ ਨੂੰ ਸਾਹਮਣਾ ਕਰਨਾ ਪਿਆ ਆ, ਖਾਸ ਤੌਰ ਤੇ ਰੈਸੀਪੀਐਂਟ ਜਿਹੜੇ ਸੀਗੇ ਬਲਦੇਵ ਸਿੰਘ ਸੜਕਨਾਮਾ, ਉਹਨਾਂ ਨੂੰ 1-2 ਵਾਰ ਪਬਲਿਕ ਪਲੇਟਫਾਰਮ ਤੇ ਕਹਿਣਾ ਪਿਆ ਕਿ ਮੈਂ ਇਤਿਹਾਸ ਨਾਲ ਜੁੜਦਾ ਨਾਵਲ ਨਹੀਂ ਲਿਖੂੰਗਾ ਦੁਬਾਰਾ। ਉਹ ਸਿਚੁਏਸ਼ਨ ਜਿਹੜੀ ਹੈ, ਉਹ ਤੁਹਾਡੇ ਕੰਮਕਾਜ ਤੇ ਕੀ ਅਸਰ ਪਾਏਗੀ? ਦੇਖੋ, ਕੌਨਫਲਿਕਟ ਕਈ ਵਾਰ ਆ ਜਾਂਦੇ ਆ, ਹਾਂਜੀ, ਪਰ ਸਾਨੂੰ ਇਹ ਚਾਹੀਦਾ ਹੈ ਕਿ ਜੇ ਸਾਡਾ ਆਪੋ ਵਿੱਚ ਖਿਆਲ ਨਹੀਂ ਮਿਲਦੇ ਤਾਂ ਸਾਨੂੰ ਰੀਜ਼ਨ ਦੇ ਨਾਲ ਉਹਨੂੰ ਡਿਸਕਸ ਕਰਨਾ ਚਾਹੀਦਾ, ਧਮਕੀਆਂ ਨਾਲ ਨਹੀਂ। ਹੁਣ ਮੈਂ ਬਲਦੇਵ ਸਿੰਘ ਦਾ ਨਾਵਲ ਅਸਲ ਵਿੱਚ ਨਹੀਂ ਪੜ੍ਹਿਆ, ਹਾਂਜੀ, ਤੇ ਨਾ ਹੀ ਮੈਨੂੰ ਖਿਆਲ ਹੈ, ਉਮੀਦ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਉਹਨਾਂ ਨੇ ਵੀ ਨਹੀਂ ਪੜ੍ਹਿਆ, ਹਾਂਜੀ, ਕਿਉਂਕਿ ਉਹ ਬੈਨ ਕਰ ਦਿੱਤਾ ਗਿਆ ਸੀ ਇਮੀਡੀਏਟਲੀ, ਪਹਿਲਾਂ ਮਿਲਦਾ ਹੀ ਨਾ ਸੀ। ਤੇ ਇਸ ਲਈ ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਦੇ ਮਗਰ ਲੱਗ ਕੇ, ਜੇ ਇੱਕ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਕੁਝ ਗਲਤ ਗੱਲਾਂ ਲਿਖੀਆਂ ਆ, ਤੇ ਬਾਕੀ ਵੀ ਉਹਦੇ ਮਗਰ ਲੱਗ ਗਏ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਲਿਖੀਆਂ ਜਾਂ ਲਿਖੀਆਂ, ਮੈਂ ਕਿਉਂਕਿ ਮੈਂ ਪੜ੍ਹਿਆ ਹੀ ਨਹੀਂ, ਇਸ ਲਈ ਮੇਰਾ ਕੋਈ ਰਾਏ ਨਹੀਂ। ਤੁਸੀਂ ਵੈਸੇ ਵੀ ਕਹਿ ਚੁੱਕੇ ਕਿ ਤੁਸੀਂ ਉਹਨੂੰ ਐਨਲਾਈਜ਼ ਨਹੀਂ ਕਰਨਾ ਚਾਹੁੰਦੇ ਤੇ ਨਾ ਆਪਣੀ ਵਿਚਾਰਧਾਰਾ ਦੇਣਾ ਚਾਹੁੰਦੇ ਹੋ। ਤੇ ਦੂਸਰਾ ਇਹ ਗੱਲ ਹੈ ਕਿ ਹੁਣ ਜਿਹੜਾ ਇਹ ਡਿਸੀਜਨ ਸੀ, ਇਹ ਜਿਊਰੀ ਦਾ ਸੀ। ਜਿਊਰੀ ਦੇ 3 ਮੈਂਬਰ ਜਿਹੜੇ ਬੜੇ ਐਕਸਪਰਟ ਮੈਂਬਰ ਸੀ, ਇੱਕ ਤਾਂ ਵਾਈਸ ਚਾਂਸਲਰ ਵੀ ਰਹਿ ਚੁੱਕੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹ ਵੀ ਜਿਊਰੀ ਵਿੱਚ ਸੀਗੇ। ਤੇ ਹੁਣ ਜੇ ਤੁਸੀਂ ਕਹੋ ਕਿ ਉਹਨਾਂ ਜਿਊਰੀ ਦੇ ਮੈਂਬਰਾਂ ਨੇ ਗਲਤ ਫੈਸਲਾ ਕੀਤਾ ਤਾਂ ਅਸੀਂ ਕੀ ਕਹਿ ਸਕਦੇ ਹਾਂ? ਮੇਰੇ ਖਿਆਲ 'ਚ ਇਹ ਵੀ ਇੱਕ ਕਾਊਂਟਰ ਆ ਸਕਦਾ ਹੈ ਕਿ ਇਹ ਇੱਕ ਸ਼ਖਸ ਵੱਲੋਂ ਆਪਣੇ ਪੈਸੇ ਨਾਲ ਖੜਾ ਕੀਤਾ ਗਿਆ ਪੁਰਸਕਾਰ ਹੈ। ਜੇ ਤੁਹਾਨੂੰ ਬਾਹਲਾ ਚਾਅ ਆ ਕ੍ਰਿਟਿਸਿਜ਼ਮ ਕਰਨ ਦਾ, ਤੁਸੀਂ ਆਪਣਾ ਪੁਰਸਕਾਰ ਖੜਾ ਕਰ ਲਓ,
ਉਹਦੇ ਮਗਰ ਕਿਉਂ ਪੈਂਦੇ ਹੋ? ਇਹ ਸਵਾਲ ਕਿਹਾ ਜਾ ਸਕਦਾ ਹੈ, ਹਾਲਾਂਕਿ ਕਿਉਂਕਿ ਇਹ ਜਨਤਕ ਪੈਸੇ ਨਾਲ ਨਹੀਂ ਖੜਾ ਹੋਇਆ ਇਸ ਲਈ ਸ਼ਾਇਦ ਇਹ ਜਨਤਕ ਅਕਾਊਂਟੇਬਿਲਟੀ ਇੰਨੀ ਜ਼ਿਆਦਾ ਨਹੀਂ ਬਣਦੀ। ਹਾਂ ਆਪਣੇ ਵੱਲੋਂ ਵੋਲੰਟਰਲੀ ਦੇਣੀ ਹੈ ਤੇ ਦੇ ਸਕਦੇ ਹੋ। ਹਾਂ, ਪਰ ਮੇਰਾ ਇਹ ਵਿਚਾਰ ਕਿ ਜੇ ਤੁਸੀਂ ਅਪੋਜ਼ ਵੀ ਕਰਨਾ, ਜੇ ਕੋਈ ਗੱਲ ਹੈ ਜਿਵੇਂ ਤੇ ਨੂੰ ਬਲਦੇਵ ਸਿੰਘ ਨੂੰ ਕਿਉਂ ਮਿਲਿਆ ਨਾਮ, ਤੁਸੀਂ ਉਹਦੇ ਬਾਰੇ ਲਿਖ ਕੇ ਉਹ ਐਕਸਪਲੇਨ ਕਰੋ, ਤਰਕ ਦੇ ਕੇ ਕਿਹੜੀ ਮਾੜੀ ਗੱਲ ਹੈ, ਉਹਦੇ ਤੇ ਲਿਖ ਕੇ ਤੁਸੀਂ ਅਖਬਾਰਾਂ ਵਿੱਚ ਪਾਓ, ਮੈਗਜ਼ੀਨਸ ਵਿੱਚ ਪਾਓ। ਸਿਰਫ ਗਾਲਾਂ ਕੱਢ ਕੇ ਜਾਂ ਧਮਕੀਆਂ ਦੇ ਕੇ ਕਿਸੇ ਨੂੰ ਡਿਸਕਰੇਜ ਕਰਨਾ, ਇਹ ਮੈਂ ਕਹਿੰਦਾ ਸਾਡੀ ਸਿਆਣਪ ਵਾਲੀ ਗੱਲ ਨਹੀਂ ਹੈ। ਓਕੇ, 2018 ਦੀਆਂ ਤਾਂ ਬੁੱਕਸ ਜਿਹੜੀਆਂ ਛਪ ਚੁੱਕੀਆਂ ਨੇ, ਔਰ ਕਿਸੇ ਨੂੰ ਜ਼ਬਰਦਸਤੀ ਇਹ ਕਹਿਣਾ ਕਿ ਇਦਾਂ ਦਾ ਲਿਖੋ ਉਹ ਵੀ ਜ਼ਿਆਦਾ ਸਿਆਣਪ ਵਾਲੀ ਗੱਲ ਨਹੀਂ ਹੈ। ਪਰ ਫਿਰ ਵੀ ਹੁਣ 2019 ਦੇ ਵਿੱਚ ਤਾਂ ਹਾਲੇ ਲੇਖਕਾਂ ਨੇ ਬਹੁਤ ਕੁਝ ਲਿਖਣਾ ਜਿਹੜਾ 20 ਦੇ ਵਿੱਚ ਤੁਹਾਡੇ ਸਾਹਮਣੇ ਫੇਰ ਆਏਗਾ। ਉਹਨਾਂ ਨੂੰ ਜਾਂਦਿਆਂ ਕੋਈ ਸਲਾਹ ਦੇਣਾ ਚਾਹੁੰਦੇ ਹੋ? ਨਹੀਂ, ਕੋਈ ਨਹੀਂ। ਦੇਖੋ, ਲੇਖਕ ਦੀ ਆਪਣੀ ਖੁੱਲ੍ਹ ਹੈ, ਉਹਦੀ ਆਪਣੀ ਆਜ਼ਾਦੀ ਹੈ, ਉਹਦਾ ਆਪਣਾ ਰਾਈਟ ਹੈ ਕਿ ਉਹਨੇ ਕੀ ਲਿਖਣਾ। ਹੁਣ ਤੁਸੀਂ ਕੀ ਲਿਖਣਾ ਜਾਂ ਮੈਂ ਕੀ ਲਿਖਣਾ, ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਸਿਰਫ ਆਪਣੀ ਕਿਤਾਬ ਜਿਹੜੀ ਇਸ ਢੰਗ ਨਾਲ ਲਿਖੋ ਤਾਂ ਅਵਾਰਡ ਮਿਲੂ, ਫਿਰ ਤੁਸੀਂ ਚੰਗੀ ਕਿਤਾਬ ਨਹੀਂ ਪ੍ਰੋਡਿਊਸ ਕਰ ਸਕਦੇ। ਰਾਈਟ। ਚੰਗੀ ਕਿਤਾਬ ਤੁਸੀਂ ਤਾਂ ਹੀ ਲਿਖ ਸਕੋਗੇ ਜੇ ਤੁਸੀਂ ਆਪਣੇ ਢੰਗ ਨਾਲ ਲਿਖੋ, ਨਾ ਕਿ ਸੋ ਇਹੀ ਜਵਾਬ ਮੈਂ ਸੁਣਨਾ ਚਾਹੁੰਦਾ ਸੀ। ਜਿਹੜਾ ਦਾਵਾ ਢਾਹਾਂ ਪੁਰਸਕਾਰ ਦਾ ਹੈਗਾ ਕਿ ਇਹ ਲਿਖਣ ਤੇ ਸੋਚਣ ਦੀ ਆਜ਼ਾਦੀ ਦਾ ਹਾਮੀ ਭਰਦਾ ਅਵਾਰਡ ਹੈ, ਸੋ ਚੇਅਰਪਰਸਨ ਨੇ ਆਪਣੇ ਮੂੰਹੋਂ ਕਹਿ ਦਿੱਤਾ ਹੈ ਕਿ ਪਹਿਲਾਂ ਇਹਨਾਂ ਨੇ ਦਾਵਾ ਮੇਰੇ ਸਵਾਲ ਦੇ ਜਵਾਬ 'ਚ ਕੀਤਾ ਸੀਗਾ, ਪਰ ਆਹ ਜਿਹੜਾ ਨੈਚੁਰਲ ਜਵਾਬ ਆਇਆ ਵਿਚ ਆਈ ਵਾਂਟਡ ਟੂ ਹੀਅਰ ਕਿ ਤੁਹਾਨੂੰ ਇਹ ਕੋਈ ਸਲਾਹ ਨਹੀਂ ਹੈ ਕਿ ਤੁਸੀਂ ਕਿੱਦਾਂ ਲਿਖੋ, ਪਰ ਖੁੱਲ੍ਹ ਕੇ ਲਿਖੋ, ਆਪਣੇ ਅੰਦਾਜ਼ ਦੇ ਵਿੱਚ ਲਿਖੋ ਤੇ ਉਹਨੂੰ ਨੋਮੀਨੇਟ ਕਰਨ ਲਈ ਵੀ ਤਿਆਰ ਰਹੋ। ਕੱਲੀ ਰਕਮ ਨਹੀਂ ਹੈ, ਇਸ ਕਰਕੇ ਵੀ ਇਹ ਪੁਰਸਕਾਰ ਜ਼ਿਆਦਾ ਵੱਡਾ ਸਨਮਾਨ ਦਾ ਕਾਰਨ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਾਂਝਾ ਆ। ਇਹਦਾ ਕੋਈ ਇੱਕ ਜੋਗਰਾਫੀਆ ਲਿਮਿਟਡ ਨਹੀਂ ਹੈ, ਇਹਦੀ ਕੋਈ ਲਿਪੀ ਲਿਮਿਟਡ ਨਹੀਂ ਹੈ। ਸੋ ਜਾਂਦਿਆਂ ਦਾ ਸੁਨੇਹਾ ਜੇ ਤੁਸੀਂ ਕੋਈ ਦੇਣਾ ਚਾਹੋ। ਹਾਂਜੀ, ਦੇਖੋ ਨਾ, ਜਿਹੜੇ ਵੀ ਦੋਸਤ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਚਾਹੀਦਾ ਕਿ ਇਸ ਢਾਹਾਂ ਪ੍ਰਾਈਜ਼ ਦੀ ਸਪੋਰਟ ਕਰਨ, ਇਹਦੇ ਹੱਕ ਵਿੱਚ ਬੋਲਣ, ਨਾ ਕਿ ਇਹਦੀ ਆਲੋਚਨਾ ਕਰਨ। ਦੇਖੋ, ਡਿਸੀਜਨ ਤਾਂ ਭਾਵੇਂ ਕੋਈ ਵੀ ਹੈ, ਡਿਸੀਜਨ ਤਾਂ ਗਲਤ ਵੀ ਹੁੰਦੇ ਆ, ਸਹੀ ਵੀ ਹੁੰਦੇ ਆ ਸਾਡੇ ਵਿਚਾਰਾਂ ਵਿੱਚ। ਉਸੇ ਡਿਸੀਜਨ ਨੂੰ ਤੁਸੀਂ ਗਲਤ ਕਹਿ ਸਕਦੇ, ਮੈਂ ਸਹੀ ਕਹਿ ਸਕਦਾ, ਜਾਂ ਤੁਸੀਂ ਸਹੀ ਕਹਿ ਸਕਦੇ, ਮੈਂ ਗਲਤ ਕਹਿ ਸਕਦਾ। ਅਸੀਂ ਕੋਈ ਵੀ ਸਾਰੇ ਲੋਕਾਂ ਨੂੰ ਨਾ ਖੁਸ਼ ਕਰ ਸਕਦਾ, ਨਾ ਹੀ ਖੁਸ਼ ਕਰਨ ਦੀ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾ ਮੈਂ ਸਾਰੇ ਲੋਕਾਂ ਨੂੰ ਖੁਸ਼ ਕਰ ਸਕਦਾ, ਨਾ ਤੁਸੀਂ ਸਾਰੇ ਲੋਕਾਂ ਨੂੰ ਖੁਸ਼ ਕਰ ਸਕਦੇ ਆ, ਨਾ ਬਾਰਜ ਢਾਹਾਂ ਹੀ ਸਾਰੇ ਲੋਕਾਂ ਨੂੰ ਖੁਸ਼ ਕਰ ਸਕਦਾ। ਬਿਲਕੁਲ। ਹਾਂਜੀ, ਨਾ ਹੀ ਇਹਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਮੈਂ ਕਹਾਂ ਕਿ ਮੈਂ ਸਾਰੇ ਲੋਕਾਂ ਨੂੰ ਖੁਸ਼ ਕਰਨਾ ਤਾਂ ਫਿਰ ਠੀਕ ਕੰਮ ਨਹੀਂ। ਸੋ ਇਨਡਾਇਰੈਕਟਲੀ ਤੁਸੀਂ ਬੇਸ਼ੱਕ ਸਿੱਧਿਆਂ ਇਹ ਕਹਿ ਰਹੇ ਹੋ ਕਿ ਚਾਹੇ ਆਲੋਚਨਾ ਨਾ ਕਰੋ, ਪਰ ਇਨਡਾਇਰੈਕਟਲੀ ਤੁਹਾਡਾ ਸੁਜੈਸ਼ਨ ਇਹੀ ਜਾ ਰਿਹਾ ਕਿ ਆਲੋਚਨਾ ਕਰੋ ਪਰ ਕੰਸਟਰਕਟਿਵ ਕਰੋ। ਤੁਹਾਨੂੰ ਹੱਕ ਹੈ ਬੋਲਣ ਦਾ, ਹਨਾ? ਉਸਾਰੂ ਆਲੋਚਨਾ, ਬਿਲਕੁਲ ਉਸਾਰੂ ਆਲੋਚਨਾ ਕਰੋ ਤਾਂ ਕਿ ਕੋਈ ਸੁਜੈਸ਼ਨ ਵੀ ਉਹ ਚੋਂ ਉੱਭਰ ਕੇ ਆਵੇ। ਸਿਰਫ ਗਾਲਾਂ ਕੱਢਣਾ ਜਾਂ ਲੜਨ ਨੂੰ ਪੈਣਾ ਉਹ ਆਲੋਚਨਾ ਨਹੀਂ, ਉਹ ਮੂਰਖਤਾ ਹੁੰਦੀ ਹੈ। ਸੋ ਪ੍ਰੋਫੈਸਰ ਬਹੁਤ ਬਹੁਤ ਸ਼ੁਕਰੀਆ ਇਹਨਾਂ ਬਖਸ਼ਾਂ ਨੂੰ ਦੇਣ ਦੇ ਵਾਸਤੇ, ਔਰ ਅਸੀਂ ਜਿਹੜੇ ਅਪਡੇਟਸ ਹੈ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ, ਨੋਮੀਨੇਸ਼ਨਸ ਤੋਂ ਲੈ ਕੇ ਅਵਾਰਡ ਫੰਕਸ਼ਨ ਤੱਕ ਦੇ, ਜਿਹਨੂੰ ਹਾਲੇ ਕਾਫੀ ਵਕਤ ਬਾਕੀ ਹੈ। ਸੋ ਤੁਸੀਂ ਫਿਲਹਾਲ ਕਿਤਾਬਾਂ ਭੇਜਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਲਓ। DHAHAN ਢਾਹਾਂ prize.com ਦੇ ਉੱਤੇ ਜਾ ਕੇ, ਮੈਂ ਇਹ ਟੈਕਸਟ ਦੇ ਵਿੱਚ ਐਡਰੈਸ ਤੁਹਾਨੂੰ ਉੱਪਰ ਦੇ ਰਿਹਾ, ਇਹਦੇ ਉੱਤੇ ਆਪਣੀਆਂ ਪੁਸਤਕਾਂ ਨੋਮੀਨੇਟ ਕਰ ਸਕਦੇ ਹੋ। ਫਿਲਹਾਲ ਧੰਨਵਾਦ। ਸਬਮਿਟ ਕਰ ਸਕਦੇ ਹੋ, ਸਾਰੀ ਇਨਫੋਰਮੇਸ਼ਨ ਵੈਬਸਾਈਟ ਤੇ ਹੈ ਜੀ, ਉਹ ਭੇਜ ਸਕਦੇ ਹੋ, ਔਰ ਉਸ ਤੋਂ ਬਾਅਦ ਤੁਹਾਨੂੰ ਜੋ ਅਗਲੇ ਪ੍ਰੋਸੈਸਿਸ ਨੇ ਉਹ ਪਤਾ ਲੱਗ ਜਾਣਗੇ। ਫਿਲਹਾਲ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ।